ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜਿਹਾ ਕੀ ਹੋਇਆ ਦਿੱਲੀ ਏਅਰਪੋਰਟ ਤੇ ਕਿ ਇੱਕ ਅੰਮ੍ਰਿਤਧਾਰੀ ਸਿੱਖ ਦੀ ਕਿਰਪਾਨ ਤੋਂ ਡਰਦੇ ਪੁਲਸੀਏ ਅੱਗੇ ਅੱਗੇ ਦੌੜਨ ਲੱਗ ਪਏ। ਅੰਮ੍ਰਿਤਧਾਰੀ ਸਿੰਘ ਦੀ ਕਿਰਪਾਨ ਦਾ ਅਜਿਹਾ ਚਮਤਕਾਰ ਵੇਖ ਕੇ ਏਅਰਲਾਈਨ ਵਾਲੇ ਵੀ ਦੰਗ ਰਹਿ ਗਏ। ਸਿੰਘ ਦੀ ਕਿਰਪਾਨ ਨੇ ਵੱਡੇ ਵੱਡੇ ਜਹਾਜ਼ਾਂ ਨੂੰ ਘੰਟਿਆਂ ਬੱਧੀ ਰੋਕਿਆ ਰੱਖਿਆ। ਅਜਿਹਾ ਕੀ ਹੋਇਆ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਜਸਪਾਲ ਸਿੰਘ ਬਿੱਠਾਪੁਰ ਜਲੰਧਰ ਦੇ ਰਹਿਣ ਵਾਲੇ ਨੇ ਆਪਣੇ ਜੀਵਨ ਦੀ ਇਹ ਚਮਤਕਾਰੀ ਘਟਨਾ ਦੁਨੀਆ ਦੇ ਨਾਲ ਸਾਂਝੀ ਕੀਤੀ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਮੈਂ ਜਲੰਧਰ ਦਾ ਨਿਵਾਸੀ ਮੈਂ ਬਚਪਨ ਦੇ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ ਅਤੇ 5 ਬਾਣੀਆਂ ਦਾ ਨਿਤਨੇਮੀ ਬਣ ਗਿਆ। ਮੈਂ ਹਰ ਦਮ ਵਾਹਿਗੁਰੂ ਨੂੰ ਚੇਤੇ ਕਰਨ ਵਾਲਾ ਸਿੱਖੀ ਨੂੰ ਆਪਣੇ ਰੋਮ ਰੋਮ ਦੇ ਵਿੱਚ ਵਸਾ ਚੁੱਕਾ ਸੀ। ਜਿੰਨੀ ਵੀ ਰਹਿਤ ਮਰਿਆਦਾ ਮੇਰੇ ਹੱਥ ਵਿੱਚ ਸੀ ਮੈਂ ਰੱਖੀ, ਪਰ ਕਰਮਾਂ ਦਾ ਲਿਖਿਆ ਪ੍ਰਮਾਤਮਾ ਹੀ ਮੇਟ ਸਕਦਾ ਹੈ। ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ, ਵਿਆਹ ਹੋ ਗਿਆ ਅਤੇ ਬੱਚੇ ਵੀ ਹੋ ਗਏ, ਪਰ ਮੈਂ ਅੱਜ ਵੀ ਫੈਕਟਰੀ ਦੇ ਵਿੱਚ ਮਜ਼ਦੂਰ ਸੀ। ਫਿਰ ਸਮੇਂ ਦੇ ਨਾਲ ਨਾਲ ਫੈਕਟਰੀ ਬੰਦ ਹੋਣ ਦੇ ਕਾਰਨ ਮੇਰਾ ਕੰਮ ਵੀ ਚਲਿਆ ਗਿਆ। ਕਿਤੇ ਕਿਤੇ ਕੋਈ ਦਿਹਾੜੀ ਮਿਲ ਜਾਂਦੀ ਸੀ ਜਿਸ ਨਾਲ ਮੈਂ ਆਪਣਾ ਰੋਜੀ ਰੋਕਾ ਚਲਾਉਂਦਾ ਸੀ। ਸਾਲ 2003 ਦੀ ਗੱਲ ਹੈ, ਜਦੋਂ ਮੇਰੇ ਕੋਲ ਕੋਈ ਵੀ ਕੰਮ ਨਹੀਂ ਸੀ, ਇੱਥੋਂ ਤੱਕ ਕਿ ਦਿਹਾੜੀ ਵੀ ਮਿਲਣੀ ਔਖੀ ਹੋ ਚੁੱਕੀ ਸੀ। ਘਰ ਦੇ ਵਿੱਚ ਬੱਚੇ ਪਾਲਣੇ ਔਖੇ ਸੀ ਅਤੇ ਮਹਿੰਗਾਈ ਵੱਧ ਰਹੀ ਸੀ ਅਤੇ ਉੱਪਰੋਂ ਬੱਚਿਆਂ ਦੀ ਪੜ੍ਹਾਈ ਵੀ ਕੁਝ ਸਮਝ ਨਹੀਂ ਲੱਗ ਰਿਹਾ ਸੀ। ਇਸੇ ਤਰ੍ਹਾਂ ਮੇਰੇ ਇੱਕ ਦੋਸਤ ਗੁਰਮੇਲ ਸਿੰਘ ਨੂੰ ਮੇਰੀ ਇਸ ਹਾਲਤ 'ਤੇ ਤਰਸ ਆਇਆ। ਉਹ ਦੁਬਈ ਦੇ ਵਿੱਚ ਕੰਮ ਕਰਦਾ ਸੀ। ਉਸਨੇ ਮੈਨੂੰ ਦੁਬਈ ਆਉਣ ਦੇ ਲਈ ਕਿਹਾ ਅਤੇ ਨਾਲ ਦੀ ਨਾਲ ਉਸਨੇ ਮੇਰੇ ਵੀਜ਼ੇ ਦਾ ਵੀ ਇੰਤਜ਼ਾਮ ਕਰ ਦਿੱਤਾ। ਉਸ ਸਮੇਂ ਉਹ ਭਾਰਤ ਦੇ ਵਿੱਚ ਆਇਆ ਸੀ। ਉਸਨੇ ਕਿਹਾ ਕਿ ਜਹਾਜ਼ ਦੇ ਵਿੱਚ ਬੈਠਣ ਸਮੇਂ ਸ਼੍ਰੀ ਸਾਹਿਬ ਉਤਾਰਨੀ ਪੈਂਦੀ ਹੈ। ਉਸਨੇ ਇਹ ਸੁਣ ਕੇ ਸੋਚਿਆ ਕਿ ਮੈਂ ਆਪਣੇ ਕਕਾਰ ਦੂਰ ਨਹੀਂ ਕਰ ਸਕਦਾ, ਸੋ ਇਸ ਹਾਲਤ ਭਾਵ ਇੰਨੀ ਗਰੀਬੀ ਦੇ ਵਿੱਚ ਵੀ ਮੈਂ ਉਸਨੂੰ ਦੁਬਈ ਜਾਣ ਦੇ ਲਈ ਮਨ੍ਹਾ ਕਰ ਦਿੱਤਾ। ਅਗਲੇ ਦਿਨ ਸਕੂਲ ਦੀ ਫੀਸ ਨਾ ਭਰੀ ਜਾਣ ਸਮੇਂ ਬੱਚਿਆਂ ਨੂੰ ਸਕੂਲ ਦੇ ਵਿੱਚ ਐਂਟਰ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ। ਫਿਰ ਉਸ ਗੁਰਮੇਲ ਸਿੰਘ ਨੇ ਹੀ ਮੇਰੇ ਬੱਚਿਆਂ ਦੀ ਫੀਸ ਭਰੀ। ਉਸ ਤੋਂ ਬਾਅਦ ਗੁਰਮੇਲ ਸਿੰਘ ਨੇ ਕਿਹਾ ਕਿ ਕੁਝ ਸਮੇਂ ਲਈ ਸ਼੍ਰੀ ਸਾਹਿਬ ਉਤਾਰ ਸਕਦੇ ਹਾਂ ਅਤੇ ਮੁੜ ਅਰਦਾਸ ਕਰਕੇ ਪਹਿਨ ਸਕਦੇ ਹਾਂ, ਪਰ ਜਸਪਾਲ ਸਿੰਘ ਨੇ ਕਿਹਾ ਕਿ ਮੇਰਾ ਮਨ ਨਹੀਂ ਮੰਨ ਰਿਹਾ ਸੀ, ਕਿਉਂਕਿ ਆਪਾਂ ਕੁਝ ਵੀ ਗਲਤ ਨਹੀਂ ਕੀਤਾ ਸੀ ਅਤੇ ਨਾ ਹੀ ਕਿਸੇ ਗਲਤ ਕਾਰਨ ਦੇ ਕਰਕੇ ਇਹ ਕਿਰਪਾਨ ਧਾਰਨ ਕੀਤੀ ਹੈ। 2 ਮਹੀਨਿਆਂ ਦੇ ਬਾਅਦ ਫਿਰ ਮੇਰੇ ਬੱਚਿਆਂ ਦੀ ਫੀਸ ਦਾ ਸਮਾਂ ਆ ਗਿਆ। ਮੈਂ ਗੁਰਮੇਲ ਸਿੰਘ ਤੋਂ ਪੈਸੇ ਮੰਗੇ, ਪਰ ਉਸਨੇ ਇਸ ਵਾਰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸਨੇ ਕਿਹਾ ਕਿ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਬੱਚੇ 2 ਮਹੀਨਿਆਂ ਤੋਂ ਘਰ ਬੈਠੇ ਸੀ ਅਤੇ ਮੈਂ ਮਨੋ ਮਨੀ ਸੋਚ ਰਿਹਾ ਸੀ ਕਿ ਇਹ ਵੀ ਮੇਰੇ ਤਰ੍ਹਾਂ ਹੀ ਗਰੀਬੀ ਦੇ ਵਿੱਚ ਜ਼ਿੰਦਗੀ ਕੱਟ ਦੇਣਗੇ। ਸੋ ਮੈਂ ਗੁਰਮੇਲ ਸਿੰਘ ਨਾਲ ਗੱਲ ਕੀਤੀ ਅਤੇ ਮੈਂ ਦੁਬਈ ਆਉਣ ਦੇ ਲਈ ਤਿਆਰ ਹੋ ਗਿਆ। ਗੁਰਮੇਲ ਸਿੰਘ ਨੇ ਆਪਣੀ ਕੰਪਨੀ ਦੇ ਵਿੱਚ ਗੱਲ ਕਰਕੇ ਮੇਰੇ ਵੀਜ਼ੇ ਦਾ ਇੰਤਜ਼ਾਮ ਕਰ ਦਿੱਤਾ ਅਤੇ ਟਿਕਟ ਦੇ ਲਈ ਪੈਸੇ ਵੀ ਭੇਜ ਦਿੱਤੇ। 1 ਮਹੀਨੇ ਦੇ ਵਿੱਚ ਮੇਰਾ ਵੀਜ਼ਾ ਵੀ ਆ ਗਿਆ, ਪਰ ਮੇਰਾ ਸਿਦਕ ਹੱਲੇ ਵੀ ਕਾਇਮ ਸੀ। ਜਦੋਂ ਮੇਰਾ ਵੀਜ਼ਾ ਆਇਆ ਤਾਂ ਮੈਂ ਇੱਕ ਬੈਗ ਦੇ ਵਿੱਚ ਕੱਪੜੇ ਪਾਏ ਅਤੇ ਇੱਕ ਬੈਗ ਦੇ ਵਿੱਚ ਪਾਸਪੋਰਟ ਪਾਇਆ ਅਤੇ ਬਾਕੀ ਹੋਰ 'ਤੇ ਪੇਪਰ ਪਾਏ। ਸ਼੍ਰੀ ਸਾਹਿਬ ਆਪਣੇ ਕੱਪੜਿਆਂ ਦੇ ਉੱਪਰੋਂ ਦੀ ਪਾ ਕੇ ਏਅਰਪੋਰਟ ਦੇ ਉੱਪਰ ਚਲਿਆ ਗਿਆ ਅਤੇ ਸੋਚਿਆ ਜੋ ਵੀ ਹੋਵੇਗਾ ਦੇਖਿਆ ਜਾਵੇਗਾ। ਜਦੋਂ ਮਸ਼ੀਨ ਦੇ ਨਾਲ ਮੇਰੇ ਸਰੀਰ ਦੀ ਚੈਕਿੰਗ ਹੋ ਰਹੀ ਸੀ ਤਾਂ ਉਸ ਮਸ਼ੀਨ ਨੇ ਮੇਰੀ ਸ਼੍ਰੀ ਸਾਹਿਬ ਦੇ ਉੱਪਰ ਕੋਈ ਵੀ ਇੰਡੀਕੇਸ਼ਨ ਨਹੀਂ ਦਿੱਤੀ ਅਤੇ ਸ਼੍ਰੀ ਸਾਹਿਬ ਦੇ ਨਾਲ ਹੀ ਮੈਨੂੰ ਅੰਦਰ ਜਾਣ ਦੀ ਪਰਮਿਸ਼ਨ ਮਿਲ ਗਈ। ਮੈਂ ਬੜਾ ਹੈਰਾਨ ਹੋਇਆ ਕਿ ਉਹ ਮਸ਼ੀਨ ਨੇ ਇੰਡੀਕੇਸ਼ਨ ਕਿਉਂ ਨਹੀਂ ਦਿੱਤੀ, ਉਹ ਮਸ਼ੀਨ ਕਿਉਂ ਨਹੀਂ ਬੋਲੀ, ਜਦ ਕਿ ਉਹ ਮਸ਼ੀਨ ਨਾਲ ਮਾੜਾ ਜਿਹਾ ਵੀ ਲੋਹਾ ਲੱਗਣ 'ਤੇ ਉਹ ਇੰਡੀਕੇਸ਼ਨ ਦੇ ਦਿੰਦੀ ਹੈ। ਮੈਨੂੰ ਲੱਗਾ ਕਿ ਕਿਤੇ ਅੰਦਰ ਦੁਬਾਰਾ ਚੈਕਿੰਗ ਕਰਨਗੇ ਅਤੇ ਮੈਂ ਡਰਦਾ ਡਰਦਾ ਅੰਦਰ ਚਲਿਆ ਗਿਆ। ਮੈਨੂੰ ਇੰਨਾ ਡਰਿਆ ਹੋਇਆ ਵੇਖ ਕੇ ਕੁਝ ਬੰਦੇ ਮੇਰੇ ਕੋਲ ਆਏ ਅਤੇ ਮੈਨੂੰ ਇੱਕ ਕਮਰੇ ਦੇ ਵਿੱਚ ਲੈ ਗਏ। ਉਹਨਾਂ ਨੇ ਮੇਰੇ ਬੈਗ ਚੈੱਕ ਕੀਤੇ ਅਤੇ ਮੈਨੂੰ ਕੁਝ ਸਵਾਲ ਵੀ ਪੁੱਛੇ, ਪਰ ਉਹਨਾਂ ਨੂੰ ਮੇਰੇ ਬੈਗ ਦੇ ਵਿੱਚ ਕੁਝ ਵੀ ਨਹੀਂ ਮਿਲਿਆ। ਉਹਨਾਂ ਨੇ ਮੇਰੀ ਸਾਰੀ ਚੈਕਿੰਗ ਕੀਤੀ, ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਾ। ਮੇਰੇ ਅੰਦਰ ਅਰਦਾਸ ਚੱਲ ਰਹੀ ਸੀ ਕਿ ਹੇ ਗੁਰੂ ਗੋਬਿੰਦ ਸਿੰਘ ਜੀਓ ਪਾਤਸ਼ਾਹ, ਮੇਰੀ ਲਾਜ ਰੱਖ ਲਿਓ, ਕਿਉਂਕਿ ਮੈਂ ਆਪਣੇ ਕਕਾਰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ। ਬਚਪਨ ਤੋਂ ਹੀ ਇਹ ਕਕਾਰ ਮੇਰੇ ਨਾਲ ਹਨ, ਹੁਣ ਤੁਸੀਂ ਆਪ ਹੀ ਕਿਰਪਾ ਕਰੋ। 1 ਘੰਟੇ ਦੀ ਲੰਬੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਮੈਨੂੰ ਛੱਡ ਦਿੱਤਾ। ਆਖਿਰ ਮੈਂ ਜਹਾਜ਼ ਦੇ ਵਿੱਚ ਐਂਟਰ ਹੋ ਗਿਆ ਅਤੇ ਆਪਣੀ ਸੀਟ ਦੇ ਉੱਪਰ ਬੈਠ ਵੀ ਗਿਆ। ਮੈਨੂੰ ਕਿਸੇ ਨੇ ਵੀ ਸ਼੍ਰੀ ਸਾਹਿਬ ਉਤਾਰਨ ਵਾਸਤੇ ਨਹੀਂ ਕਿਹਾ। ਉੱਥੇ ਥਾਂ ਥਾਂ ਦੇ ਉੱਪਰ ਚੈਕਿੰਗ ਮਸ਼ੀਨਾਂ ਲੱਗੀਆਂ ਹੋਈਆਂ ਸਨ, ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਕੋਈ ਵੀ ਮਸ਼ੀਨ ਮੇਰੀ ਸ਼੍ਰੀ ਸਾਹਿਬ ਉੱਪਰ ਇੰਡੀਕੇਸ਼ਨ ਨਹੀਂ ਕਰ ਰਹੀ ਸੀ, ਜਦ ਕਿ ਮੇਰੇ ਸਰੀਰ ਦੇ ਉੱਪਰ ਲੋਹੇ ਦੀ ਇੱਕ ਵੱਡੀ ਚੀਜ਼ ਸੀ। ਅਜਿਹਾ ਕਿਉਂ ਹੋਇਆ ਇਹ ਤਾਂ ਕੇਵਲ ਪਰਮਾਤਮਾ ਵਾਹਿਗੁਰੂ ਹੀ ਜਾਣਦਾ ਹੈ। ਜਹਾਜ਼ ਮੈਨੂੰ ਦੁਬਈ ਲੈ ਕੇ ਪਹੁੰਚਿਆ। ਏਅਰਪੋਰਟ ਦੇ ਉੱਪਰ ਗੁਰਮੇਲ ਸਿੰਘ ਮੈਨੂੰ ਲੈਣ ਵਾਸਤੇ ਆਇਆ। ਜਦੋਂ ਉਹ ਮੇਰੇ ਗੱਲ ਨੂੰ ਲੱਗਾ ਤਾਂ ਉਸਨੂੰ ਮੇਰੀ ਸ਼੍ਰੀ ਸਾਹਿਬ ਮਹਿਸੂਸ ਹੋਈ। ਉਸਨੇ ਮੈਨੂੰ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਸ਼੍ਰੀ ਸਾਹਿਬ ਦੇ
ਦੇ ਨਾਲ ਜਹਾਜ਼ ਵਿੱਚ ਬੈਠਣ ਕਿਸ ਨੇ ਦਿੱਤਾ? ਕਿਸੇ ਮਸ਼ੀਨ ਨੂੰ ਤੇਰੀ ਸ਼੍ਰੀ ਸਾਹਿਬ ਦਾ ਪਤਾ ਨਹੀਂ ਲੱਗਾ? ਮੈਂ ਉਹਨਾਂ ਨੂੰ ਕਿਹਾ ਕਿ ਦਿੱਲੀ ਤਾਂ ਬਹੁਤ ਦੂਰ ਦੀ ਗੱਲ ਹੈ, ਇੱਥੇ ਦੁਬਈ ਦੀ ਹਾਈਟੈਕ ਮਸ਼ੀਨਾਂ ਨੇ ਵੀ ਇੰਡੀਕੇਸ਼ਨ ਨਹੀਂ ਦਿੱਤੀ। ਇਹ ਸਾਰੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਮੈਂ ਮਨੋ ਹੀ ਮਨ ਉਸ ਵੇਲੇ ਅਰਦਾਸ ਕਰ ਰਿਹਾ ਸੀ, ਜੋ ਕਿ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ ਅਤੇ ਆਪਣੇ ਸਿੱਖ ਦੀ ਲਾਜ ਰੱਖ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।